गुरु फतेह दी सांझ पाउने आ। वाहिगुरू जी का खालसा वाहिगुरू जी की फतेह। ਅੱਜ ਅਸੀਂ ਸ਼ਹੀਦੀ ਪੈਂਡੇ ਦੀਆਂ 6 ਰਾਤਾਂ ਦਾ ਜ਼ਿਕਰ ਕਰਦੇ ਹੋਏ ਅੱਜ ਅਸੀਂ ਸਫ਼ਰ ਵੱਲ ਜੋ ਤੁਰੇ ਸਾਂ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਸਹੇੜੀ। ਪਿੰਡ ਸਹੇੜੀ ਉਹੀ ਹੈ ਜਿੱਥੇ ਮਾਂ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਦੇ ਘਰ ਆ ਕੇ ਇੱਕ ਰਾਤ ਉੱਥੇ ਸੁੱਤੇ ਸੀ। ਉਹ ਪਲੰਘ ਵੀ ਦਿਖਾਵਾਂਗੇ, ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਸੀਸ ਵੀ ਝੁਕਾਵਾਂਗੇ ਤੇ ਗੰਗੂ ਬ੍ਰਾਹਮਣ ਦਾ ਘਰ ਦਿਖਾਵਾਂਗੇ। ਇਸ ਤੋਂ ਪਹਿਲਾਂ ਤੁਹਾਨੂੰ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਚੁੱਕੇ ਹਾਂ। ਕਿਵੇਂ 3 ਹਿੱਸਿਆਂ 'ਚ ਪਰਿਵਾਰ ਵੰਡਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਅਸੀਂ ਸ਼ਾਨੁਕੁਮਾ ਮਾਸ਼ਕੀ ਗੁਰਦੁਆਰਾ ਸਾਹਿਬ ਲੈ ਕੇ ਗਏ ਸੀ ਜਿੱਥੇ ਪਹਿਲੀ ਰਾਤ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਗੁਜ਼ਾਰਦੇ ਨੇ। ਉੱਥੇ ਹੀ ਗੰਗੂ ਬ੍ਰਾਹਮਣ ਉਹਨਾਂ ਨੂੰ ਮਿਲਦਾ ਹੈ ਤੇ ਆਪਣੇ ਪਿੰਡ ਸਹੇੜੀ ਲੈ ਕੇ ਆਉਂਦਾ ਹੈ। ਆਓ ਫਿਰ ਦਰਸ਼ਨ ਦਿਦਾਰੇ ਕਰਵਾਉਂਦੇ ਹਾਂ। ਹਾਲਾਂਕਿ ਇੱਥੇ ਨਵੀਂ ਇਮਾਰਤ ਤਿਆਰ ਹੋ ਰਹੀ ਹੈ। ਇਹਨਾਂ ਦੀ ਯਾਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਹੋਣਾ ਦੀ ਯਾਦ ਵਿੱਚ ਨਵੀਂ ਇਮਾਰਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤਿਆਰ ਕੀਤੀ ਜਾ ਰਹੀ ਹੈ। ਦਰਸ਼ਨ ਦਿਦਾਰੇ ਕਰਵਾਉਂਦੇ ਆ। ਪਹਿਲਾਂ ਪਲੰਘ ਦੇ ਦਰਸ਼ਨ ਕਰਵਾਉਂਦੇ ਆ ਜਿੱਥੇ ਰੱਬ ਸੁੱਤਾ ਹੋਇਆ ਸੀ ਆਪਣੇ ਨੰਨੇ ਸਾਹਿਬਜ਼ਾਦਿਆਂ ਨੂੰ ਬੁੱਕਲ ਦੇ ਵਿੱਚ ਲੈ ਕੇ। ਕੁੰਮਾ ਮਾਸ਼ਕੀ ਦੀ ਛੰਨ 'ਚ ਇੱਕ ਰਾਤ ਕੱਟਣ ਤੋਂ ਬਾਅਦ ਮਾਤਾ ਜੀ ਤੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਦੇ ਨਾਲ ਚੱਲਦੇ ਨੇ। ਰੋਪੜ ਦਾ ਰਸਤਾ ਛੱਡ ਕੇ ਗੰਗੂ ਨੇ ਜੰਗਲ ਦਾ ਰਸਤਾ ਚੁਣਿਆ। ਚਲਦਿਆਂ ਚਲਦਿਆਂ ਰਾਤ ਪੈ ਗਈ। ਗੰਗੂ ਦਰਖਤਾਂ ਦੀ ਸੰਘਣੀ ਝੜੀ 'ਚ ਤਲਾ ਕਿਨਾਰੇ ਉਹਨਾਂ ਨੂੰ ਲੈ ਆਇਆ। ਕਿਹਾ ਮਾਤਾ ਜੀ ਅੱਜ ਦੀ ਰਾਤ ਆਪਾਂ ਇੱਥੇ ਕੱਟਾਂਗੇ। ਮੈਂ ਆਪ ਜੀ ਦੇ ਲਈ ਪ੍ਰਸ਼ਾਦਾ ਪਾਣੀ ਨਾਲ ਦੇ ਪਿੰਡੋਂ ਲੈ ਕੇ ਆਉਂਦਾ ਹਾਂ। ਮਾਤਾ ਜੀ ਤੇ ਮਾਸੂਮ ਜਿੰਦਾ ਪੁੰਜੇ ਆਸਨ ਲਾ ਕੇ ਬੈਠ ਗਈਆਂ। ਜੋ ਕੱਪੜਾ ਕੋਲ ਸੀ ਉੱਪਰ ਲੈ ਲਿਆ ਗਿਆ। ਕੀਮਤੀ ਵਿਛੌਣਿਆਂ ਤੇ ਸੌਣ ਵਾਲੇ ਮਹਿਲਾਂ 'ਚ ਰਹਿਣ ਵਾਲੇ ਨੀਲੇ ਆਕਾਸ਼ ਦੀ ਛੱਤ ਹੇਠਾਂ ਜ਼ਮੀਨ ਤੇ ਬਿਰਾਜੇ ਹੋਏ ਸੀ। ਤਲਾ ਕਿਨਾਰੇ ਰਾਤ ਕੱਟਣ ਤੋਂ ਬਾਅਦ ਗੰਗੂ ਮਾਤਾ ਜੀ ਤੇ ਬੱਚਿਆਂ ਨੂੰ ਆਪਣੇ ਘਰ ਲੈ ਕੇ ਆਉਂਦਾ ਏ। ਪ੍ਰਸ਼ਾਦਾ ਪਾਣੀ ਛਕਾਇਆ ਜਾਂਦਾ। ਗੰਗੂ ਦੇ ਮਨ ਵਿੱਚ ਮਾਇਆ ਦੇਖ ਕੇ ਲਾਲਚ ਪਹਿਲਾਂ ਤੋਂ ਹੀ ਉਤਰ ਆਇਆ ਸੀ। ਜਦੋਂ ਮਾਤਾ ਜੀ ਸੁੱਤੇ ਤਾਂ ਰਾਤ ਵੇਲੇ ਉਸਨੇ ਉਹ ਖੁਰਜੀ ਚੁਰਾ ਲਈ। ਮਾਤਾ ਜੀ ਸਭ ਕੁਝ ਜਾਣੀ ਜਾਣਸਨ ਦੇਖ ਲਿਆ ਸੀ। ਮਾਤਾ ਜੀ ਨੇ ਕਿਹਾ ਮਾਇਆ ਦੀ ਕਿਹੜੀ ਕਮੀ ਹੈ, ਹੋਰ ਆ ਜਾਵੇਗੀ। ਅਸੀਂ ਬਚ ਗਏ ਤਾਂ ਤੂੰ ਜਿੰਨੀ ਮਰਜ਼ੀ ਮਾਇਆ ਹੋਰ ਲੈ ਲਵੀਂ। ਜੇ ਤੂੰ ਸੰਭਾਲ ਕੇ ਰੱਖ ਲਈ ਹੈ ਤਾਂ ਬਹੁਤ ਚੰਗਾ ਕੀਤਾ। ਅਸੀਂ ਵੀ ਤਾਂ ਸੰਭਾਲਣੀ ਸੀ। ਇਹ ਦੁਸ਼ਟ ਆਪਣੇ ਕੰਮ ਕਰਕੇ ਰਾਤ ਤੋਂ ਹੀ ਸੋਚਦਾ ਸੀ ਕਿ ਇਹਨਾਂ ਨੂੰ ਘਰੋਂ ਕਿਵੇਂ ਕੱਢਿਆ ਜਾਵੇ। ਗੰਗੂ ਮਾਤਾ ਜੀ ਦੇ ਇਹ ਬੋਲ ਹਜ਼ਮ ਨਾ ਕਰ ਸਕਿਆ। ਉੱਚੀ ਉੱਚੀ ਰੌਲਾ ਪਾਉਣ ਲੱਗਾ, ਲੋਕੋ ਚੋਰ ਆ ਗਏ, ਚੋਰੀ ਹੋ ਗਈ, ਮਾਤਾ ਜੀ ਦੀ ਖੁਰਜੀ ਚੋਰੀ ਹੋ ਗਈ। ਮਾਤਾ ਜੀ ਨੇ ਬਹੁਤ ਰੋਕਿਆ, ਇਸ ਤਰ੍ਹਾਂ ਰੌਲਾ ਨਾ ਪਾ, ਲੋਕ ਇਕੱਠੇ ਹੋ ਜਾਣਗੇ, ਨਿੱਕੀਆਂ ਜਾਨਾਂ ਨੂੰ ਫੜਾ ਦੇਣਗੇ। ਪਰ ਇਹ ਦੁਸ਼ਟ ਪਾਪੀ ਚੁੱਪ ਨਾ ਹੋਇਆ, ਸਗੋਂ ਮਾਤਾ ਜੀ ਦੇ ਨਾਲ ਖੈਬੜਨ ਲੱਗਾ। ਇੱਕ ਤਾਂ ਮੈਂ ਤੁਹਾਨੂੰ ਆਪਣੇ ਘਰ ਲਿਆ ਕੇ ਆਸਰਾ ਦਿੱਤਾ, ਤੁਹਾਨੂੰ ਮਰਦਿਆਂ ਨੂੰ ਬਚਾਇਆ, ਤੁਸੀਂ ਮੇਰੀ ਨੇਕੀ ਦਾ ਚੰਗਾ ਮੁੱਲ ਪਾ ਰਹੇ ਹੋ। ਆ ਖੁਰਜੀ ਚੁਰਾਉਣ ਦੀ ਤੋਹਮਤ ਮੇਰੇ ਤੇ ਲਾ ਰਹੇ ਹੋ। ਇਸ ਤਰ੍ਹਾਂ ਦੇ ਮਾੜੇ ਬੋਲ ਬੋਲਦਾ ਇਹ ਪਾਪੀ ਘਰੋਂ ਬਾਹਰ ਨਿਕਲ ਗਿਆ। ਉਧਰ ਗੰਗੂ ਨੇ ਜਾ ਕੇ ਪਿੰਡ ਦੇ ਚੌਧਰੀ ਨੂੰ ਦੱਸਿਆ ਕਿ ਮੇਰੇ ਘਰ ਗੋਬਿੰਦ ਦੇ ਲਾਲ ਅਤੇ ਮਾਤਾ ਜੀ ਨੇ। ਉਸੇ ਚੌਧਰੀ ਨੇ ਗੰਗੂ ਦੇ ਘਰ ਆਪਣੇ ਬੰਦਿਆਂ ਦੀ ਨਿਗਰਾਨੀ ਲਵਾ ਦਿੱਤੀ, ਕਿਤੇ ਇਹ ਨੱਠ ਨਾ ਜਾਣ। ਆਪ ਦੋਨੋਂ ਮੋਰਿੰਡੇ ਕੋਤਵਾਲੀ ਦੱਸਣ ਚਲੇ ਗਏ। ਕੋਤਵਾਲੀ ਦੇ ਮੁਖੀ ਜਾਨੇ ਖਾਂ ਤੇ ਮਾਨੇ ਖਾਂ ਦੋਹਾਂ ਭਰਾਵਾਂ ਨੂੰ ਗੰਗੂ ਨੇ ਜਾ ਕੇ ਦੱਸਿਆ, ਮੇਰੇ ਘਰ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਛੋਟੇ ਪੁੱਤਰ ਬੰਦ ਕੀਤੇ ਹੋਏ ਨੇ, ਤੁਸੀਂ ਜਾ ਕੇ ਫੜ ਲਵੋ ਤੇ ਸਰਕਾਰ ਪਾਸੋਂ ਆਪ ਵੀ ਨਾਮ ਲਵੋ ਤੇ ਮੈਨੂੰ ਵੀ ਦਵਾਓ। ਉਸਦੇ ਪਾਪੀ ਮਨ ਨੇ ਮਾਇਆ ਇਸ ਕਦਰ ਧਾਰਨ ਕਰ ਬੈਠੀ ਸੀ, ਉਹ ਧਰਮ ਕਰਮ ਉੱਕਾ ਹੀ ਭੁਲਾ ਬੈਠਾ ਸੀ। ਜਾਨੀ ਖਾਂ ਮਾਨੀ ਖਾਂ ਘੋੜਿਆਂ ਤੇ ਚੜ ਕੇ ਆਉਂਦੇ ਨੇ, ਮਾਤਾ ਜੀ ਤੇ ਬੱਚਿਆਂ ਨੂੰ ਪੁੱਛਦੇ ਨੇ ਤੁਸੀਂ ਕੌਣ ਹੋ। ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਬਿਨਾਂ ਕਿਸੇ ਭੈ ਝਿਜਕ ਦੇ ਦੱਸ ਦਿੱਤਾ। ਇਹਨਾਂ ਹਾਕਮਾਂ ਨੇ ਆਪਣੀ ਤਸੱਲੀ ਕੀਤੀ।
ਇਹ ਗੁਰੂ ਗੋਬਿੰਦ ਸਿੰਘ ਦੇ ਮਾਤਾ ਤੇ ਛੋਟੇ ਪੁੱਤਰ ਨੇ। ਇਸ ਤੋਂ ਬਾਅਦ ਉਹਨਾਂ ਗ੍ਰਿਫਤਾਰ ਕਰ ਲਿਆ ਤੇ ਧਰਮੀ ਲੋਕ ਗੰਗੂ ਨੂੰ ਲਾਂਤਾਂ ਪਾਉਣ ਲੱਗੇ। ਇਸ ਵੇਲੇ ਸੰਗਤਾਂ ਦਰਸ਼ਨ ਕਰਨ ਆਈਆਂ ਨੇ। ਦਸੰਬਰ ਮਹੀਨਾ ਆਉਂਦਾ ਹੈ, ਬੇਸ਼ੱਕ ਅਸੀਂ ਹਮੇਸ਼ਾ ਹੀ ਗੁਰੂ ਸਾਹਿਬ ਦੇ ਅੱਗੇ ਹਰ ਸਾਲ ਹਰ ਮਹੀਨੇ ਸੀਸ ਝੁਕਾਉਂਦੇ ਹਾਂ, ਪਰ ਜਦੋਂ ਦਸੰਬਰ ਮਹੀਨਾ ਆਉਂਦਾ ਹੈ ਸਾਡੇ ਆਪਣੇ ਆਪ ਹੀ ਮਨ 'ਚ ਵਿਰਾਗ ਆਉਣਾ ਸ਼ੁਰੂ ਹੋ ਜਾਂਦਾ। ਸੰਗਤਾਂ ਬੜੀ ਦੂਰੋਂ ਪਹੁੰਚੀਆਂ ਹੋਈਆਂ ਨੇ, ਆਦਮਪੁਰ ਦੀਆਂ ਸੰਗਤਾਂ ਇੱਥੇ ਆਈਆਂ ਨੇ। ਪੁੱਛਦੇ ਹਾਂ ਅੱਜ ਇੱਥੇ ਆਏ ਨੇ, ਸਭ ਤੋਂ ਪਹਿਲਾਂ ਕਿ ਬੜੇ ਭਾਗਾਂ ਵਾਲੇ ਹੋ, ਸੇਵਾ ਲੈ ਰਹੇ ਹੋ, ਸੰਗਤ ਨੂੰ ਦਰਸ਼ਨ ਕਰਾ ਰਹੇ ਹੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬਾਨ ਨੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਦੇ ਵਿੱਚ ਸਰਸਾ ਨਦੀ 'ਤੇ ਆ ਕੇ ਵਿਛੋੜਾ ਪੈ ਗਿਆ। ਪਰਿਵਾਰ ਤਿੰਨਾਂ ਚੌਂ ਹਿੱਸਿਆਂ ਵਿੱਚ ਵੰਡ ਹੋ ਗਿਆ ਅਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਉੱਥੋਂ ਸਰਸਾ ਨਦੀ ਦੇ ਕਿਨਾਰੇ ਦੇ ਨਾਲ ਉਮਾ ਮਾਛੀ ਆਏ। ਉੱਥੋਂ ਫਿਰ ਗੰਗੂ ਉਹਨਾਂ ਨੂੰ ਆਪਣੇ ਨਾਲ ਪਿੰਡ ਸਿਹੜੀ ਲੈ ਆਇਆ। ਇਹ ਸਿਹੜੀ ਵਿੱਚ ਅਸੀਂ ਖੜ੍ਹੇ ਹਾਂ, ਜਿੱਥੇ ਆਪ ਜੀ ਦਰਸ਼ਨ ਕਰ ਰਹੇ ਹੋ। ਅਤੇ ਇੱਥੇ ਹੁਣ ਇਹ ਪੁਰਾਣੀ ਬਿਲਡਿੰਗ ਜੋ ਹੈ, ਜੋ ਸਿਹੜੀ ਦਾ ਉਹਦਾ ਘਰ ਹੈਗਾ ਗੰਗੂ ਦਾ, ਉੱਥੇ ਆਪ ਜੀ ਨੇ ਦਰਸ਼ਨ ਕੀਤੇ ਹਨ। ਅਤੇ ਹੁਣ ਇੱਥੋਂ ਗਾਹਾਂ ਜਾਣਾ ਹੈਗਾ, ਜਿੱਥੇ ਉਹਨਾਂ ਨੂੰ ਪਹਿਲੀ ਰਾਤ ਰੱਖਿਆ ਕੈਦ ਕਰਕੇ, ਅਤੇ ਫਿਰ ਜਾਣਾ ਹੈਗਾ ਗਾਹਾਂ ਸਰਹੰਦ, ਜਿੱਥੇ ਉਹਨਾਂ ਦੀ ਸ਼ਹੀਦੀ ਹੋਈ ਹੈ। ਅੱਬਲ ਤਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਬੜਿਆਂ ਨੇ ਦੱਸ ਹੀ ਦਿੱਤਾ ਹੈ ਜੋ ਵੀ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਨਾਲ ਆ ਕੇ ਇਹ ਦਿਖਾਈਏ। ਸਾਡੇ ਬੱਚੇ ਵੀ ਆ ਕੇ ਇੱਥੇ ਆ ਕੇ ਇੱਦਾਂ ਦੇ ਕੰਮ ਕਰਨ, ਵਧੀਆ ਕਰਨ, ਜਿੱਦਾਂ ਸਿੱਖੀ 'ਚ ਆਉਣ, ਸਾਨੂੰ ਬਹੁਤ ਚੰਗਾ ਲੱਗੇ ਜਿੱਦਾਂ। ਅਤੇ ਅਸੀਂ ਇਹ ਚਾਹੁੰਦੇ ਹਾਂ ਕਿ ਗੁਰਦੁਆਰੇ ਦਰਸ਼ਨ ਦੇ ਬਹੁਤ ਸੋਹਣੇ ਹੋਏ ਅੱਜ ਸਾਡੇ, ਸਾਨੂੰ ਸਾਰੀ ਸੰਗਤ ਦੇ ਨਾਲ ਆ ਕੇ ਚੰਗਾ ਲੱਗਿਆ। ਮਾਤਾ ਜੀ ਉਮਰ ਬਹੁਤ ਵੱਡੀ ਹੈ ਤੁਹਾਡੀ, ਹੈ ਨਾ, ਅਤੇ ਤੁਸੀਂ ਆਏ ਹੋ ਦਰਸ਼ਨ ਕਰਨ। ਤੁਸੀਂ ਜਦੋਂ ਸੁਣਦੇ ਹੋ ਨਾ ਦਸਮ ਪਾਤਸ਼ਾਹ ਦੀ, ਅਸੀਂ ਕਥਾ ਸੁਣਦੇ ਹਾਂ ਜਾਂ ਦਸਮ ਪਾਤਸ਼ਾਹ ਦੇ ਬਾਰੇ ਸੁਣਦੇ ਹਾਂ ਕਿ ਕਿੰਨਾ ਵੱਡਾ ਜਿਗਰਾ ਕੱਢਿਆ ਸੀ ਉਸ ਵੇਲੇ ਉਹਨਾਂ ਨੇ, ਤਾਂ ਮਨ 'ਚ ਬਰਾਲਾਂ ਕਿੱਦਾਂ ਜੰਗਲਾਂ ਵਿੱਚ ਜੰਗਲੀ ਜਾਨਵਰਾਂ ਨੂੰ ਕੀ ਕੁਛ ਹੋਏਗਾ, ਕਿੱਦਾਂ ਕੰਢਿਆਂ ਦੇ ਉੱਪਰ ਚੱਲ ਕੇ ਵਿਚਾਰੇ ਸਫ਼ਰ ਕੀਤਾ, ਇੰਨਾ ਦੁੱਖ ਸਹਿਆ। ਸਾਨੂੰ ਚਾਹੀਦਾ ਕਿ ਸਾਡੇ ਬੱਚੇ ਇਹਨਾਂ ਨੂੰ ਦੇਖ ਕੇ ਇਸੇ ਤਰ੍ਹਾਂ ਕਰਨ ਕਿ ਸਿੱਖੀ ਤੇ ਚੱਲਣ। ਬਹੁਤ ਬਰਾਗ ਆਉਂਦਾ, ਜਿਸ ਗੁਰਦੁਆਰੇ ਚੱਲ ਜਾਓ ਚੇਤਾ ਉਹਨਾਂ ਦਾ ਬਹੁਤ ਬਰਾਗ ਆਉਂਦਾ। ਇੱਧਰ ਵੀ ਸੰਗਤਾਂ ਦੇ ਅੱਖਾਂ 'ਚ ਹੰਝੂ ਆ ਗਏ ਨੇ। ਕੀ ਚੇਤਾ ਆਇਆ? ਦਸਮ ਪਾਤਸ਼ਾਹ ਦੀ ਕੁਰਬਾਨੀ ਯਾਦ ਆਉਂਦੀ ਹੈ? ਕੁਝ ਕਹਿਣਾ ਚਾਹੋਗੇ? ਸ਼ਬਦ ਨਹੀਂ ਮਿਲਦੇ ਗੁਰੂ ਪਾਤਸ਼ਾਹ ਦੇ ਲਈ, ਕਿਉਂਕਿ ਕੁਰਬਾਨੀ ਇੰਨੀ ਵੱਡੀ ਕਿ ਜੋ ਵੀ ਸੁਣਦਾ ਹੈ, ਅੱਜ ਸਾਡੀਆਂ ਅੱਖਾਂ 'ਚ ਵੀ ਹੰਝੂ ਆਏ ਨੇ। ਇਹ ਹੈ ਹੀ ਦਿਨ ਇੱਦਾਂ ਦਾ ਵਿਰਾਗਮਈ, ਕਿਉਂਕਿ ਜੋ ਵੀ ਸੁਣੇਗਾ ਦੇਖੇਗਾ ਪਾਤਸ਼ਾਹ ਦੀ ਇੰਨੀ ਵੱਡੀ ਕੁਰਬਾਨੀ ਹੈ। ਸੰਗਤਾਂ ਵੀ ਰੋਈਆਂ ਨੇ, ਆਪ ਵੀ ਅੱਥਰੂ ਅੱਖਾਂ 'ਚੋਂ ਆਏ ਨੇ, ਕਿਉਂਕਿ ਇਹ ਨਾ ਤਾਂ ਦਸਮ ਪਾਤਸ਼ਾਹ ਦੀ ਕੋਈ ਤਾਰੀਫ ਕਰ ਸਕਦਾ, ਕਿਉਂਕਿ ਕਵੀ ਅੱਲਾ ਯਾਰ ਖਾਂ ਜੋਗੀ ਨੇ ਵੀ ਬੜਾ ਖੂਬਸੂਰਤ ਲਿਖਿਆ, ਕਹਿੰਦੇ करतार की सौगंध है, नानक की कसम है, जितनी भी हो तारीफ गोबिंद की वह कम है। सो तारीफ ਲਈ ਅੱਜ ਤੱਕ ਤਾਂ ਸ਼ਬਦ ਹੀ ਨਹੀਂ ਮਿਲਿਆ। ਦਸਮ ਪਾਤਸ਼ਾਹ ਦੀ ਜੋ ਵੱਡੀ ਕੁਰਬਾਨੀ ਹੈ, ਇਹ ਕੁਰਬਾਨੀ ਨਾ ਤਾਂ ਅਸੀਂ ਕਦੇ ਭੁੱਲਾਂਗੇ, ਨਾ ਸਾਡੇ ਹਿਰਦੇ 'ਚੋਂ ਕਦੇ ਵਿਸਰ ਸਕਦੀ ਹੈ। ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖਣਗੀਆਂ ਕਿਸ ਤਰੀਕੇ ਦੇ ਨਾਲ ਛੋਟੇ ਛੋਟੇ ਨੰਨੇ ਸਾਹਿਬਜ਼ਾਦਿਆਂ ਨੇ ਧਰਮ ਨੂੰ ਬਚਾਉਣ ਖਾਤਰ, ਸਾਨੂੰ ਜ਼ਿੰਦਗੀ ਦੇਣ ਖਾਤਰ ਆਪਾ ਹੀ ਵਾਰ ਦਿੱਤਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਦੋਂ ਪਰਿਵਾਰ ਵਿਛੋੜਾ ਹੋਇਆ ਸਰਸਾ ਨਦੀ 'ਤੇ, ਉੱਥੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ, ਧੰਨ ਧੰਨ ਬਾਬਾ ਜੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ ਇਸ ਪਿੰਡ ਦਾ ਗੰਗੂ ਬ੍ਰਾਹਮਣ ਸੀ। ਉੱਥੇ ਉਹਨਾਂ ਨੂੰ ਮਿਲ ਗਿਆ। ਉਹ ਇੱਥੇ ਨਾਲ ਲੈ ਕੇ 8 ਪੋਹ ਨੂੰ ਇਸ ਸਥਾਨ 'ਤੇ ਜਿੱਥੇ ਆਪਾਂ ਖੜ੍ਹੇ ਹਾਂ, ਇਸ ਸਥਾਨ 'ਤੇ ਵਿਰਾਜਮਾਨ ਹੋਏ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ। ਇੱਕ ਰਾਤ ਇੱਥੇ ਕੱਟੀ 8 ਪੋਹ ਨੂੰ। ਇੱਥੋਂ ਫਿਰ 9 ਪੋਹ ਨੂੰ ਮਰਿੰਡੇ ਕੋਤਵਾਲੀ ਸਾਹਿਬ ਥਾਣੇ 'ਚ ਉਹਨੇ ਗੰਗੂ ਬਾਹਮਣ ਨੇ ਫੜਾ ਦਿੱਤੇ। ਉੱਥੋਂ 9 ਪੋਹ ਨੂੰ ਫਤਿਹਗੜ੍ਹ, 10 ਪੋਹ ਨੂੰ ਵਾਹਿਗੁਰੂ 10 ਪੋਹ ਨੂੰ ਫਿਰ ਫਤਿਹਗੜ੍ਹ ਸਾਹਿਬ ਪੇਸ਼ੀ 'ਤੇ ਸੂਬੇ ਦੇ ਨਵਾਬ ਦੇ ਉਹਨਾਂ ਨੇ ਪੇਸ਼ ਕੀਤੇ। ਸੋ ਆਪ ਜੀ ਇਸ ਸਥਾਨ ਬਾਰੇ, ਇਹ ਸਥਾਨ ਉਹ ਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਸਾਹਿਬ ਜੀ ਦੇ ਰਾਤ ਰਹੇ, ਉਹੀ ਪਲੰਗ ਹੈ ਜੀ। ਅਤੇ ਇਸ ਸਥਾਨ ਦੀ ਸਾਰੀ ਚੱਲ ਰਹੀ ਹੈ। ਇੱਕ ਸਫਰੇ ਸ਼ਹਾਦਤ 8 ਪੋਹ ਨੂੰ ਹੁੰਦਾ ਜੀ ਇੱਥੇ ਹਰ ਸਾਲ
ਸੋ ਸਾਰੀਆਂ ਹੀ ਸੰਗਤਾਂ ਬਹੁਤ ਦੂਰ ਦਰਾਡੇ ਤੋਂ ਬਾਹਰ ਵਿਦੇਸ਼ਾਂ ਤੋਂ ਆਉਂਦੀਆਂ ਹਨ ਅਤੇ ਸਾਰੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਧਾ ਫੁੱਲ ਭੇਟ ਕਰਦੇ ਹਨ। ਅਤੇ ਇਸ ਅਸਥਾਨ 'ਤੇ 12 13 14 ਪੋਹ ਨੂੰ ਵਾਹਿਗੁਰੂ ਮੱਘਰ ਨੂੰ ਦਸੰਬਰ ਨੂੰ 12 13 14 ਦਸੰਬਰ ਨੂੰ ਵੀ ਇਹ ਪ੍ਰਾਤਨ ਜੋ ਸਭਾ ਲੱਗਦੀ ਹੈ, ਜੋੜ ਮੇਲਾ ਸ਼ਹੀਦੀ ਹੁੰਦਾ ਹੈ, ਉਹ ਵੀ ਚੱਲਦਾ ਹੈ। ਅਤੇ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ, ਦਾਸ ਮੁੱਖ ਸੇਵਾਦਾਰ ਦਾਸ ਨਿਰਮਲ ਸਿੰਘ ਖਾਲਸਾ ਇਸ ਸਾਧਨ ਦੀ ਦੇਖਭਾਲ ਕਰ ਰਹੇ, ਸੇਵਾ ਚਲਾ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਇਹਨਾਂ ਦੀ ਮਿਹਰ ਹੈ, ਸੋ ਸੇਵਾ ਚੱਲ ਰਹੀ ਹੈ। ਆਪ ਸੰਗਤਾਂ ਨੂੰ ਬੇਨਤੀ ਹੈ, ਇਸ ਅਸਥਾਨ ਦੀ ਸੇਵਾ 'ਚ ਆਪ ਵੀ ਹਿੱਸਾ ਪਾਉਣ ਦੀ ਕਿਰਪਾਲਤਾ ਕਰੋ, ਸੇਵਾ ਕਰਕੇ ਜਨਮ ਸਫਲਾ ਕਰੋ ਭਾਈ। ਵਾਹਿਗੁਰੂ ਜੀ ਕਾ ਖਾਲਸਾ। ਇਸ ਅਸਥਾਨ ਦਾ ਨਾਂ ਗੁਰਦੁਆਰਾ ਅਟਕ ਸਾਹਿਬ ਹੈ ਜੀ। ਉਸ ਤੋਂ ਅਗਲਾ ਸਫ਼ਰ ਕੋਤਵਾਲੀ ਦਾ ਸ਼ੁਰੂ ਹੁੰਦਾ ਹੈ। ਕਿਵੇਂ ਜਾਨੀ ਖਾਂ ਤੇ ਮਾਨੀ ਖਾਂ ਕੋਤਵਾਲੀ ਮੋਰਿੰਡੇ ਵਿਖੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਉਂਦੇ ਨੇ। ਗੰਗੂ ਬ੍ਰਾਹਮਣ ਦੇ ਵੱਲੋਂ ਉਸ ਵੇਲੇ ਜੋ ਧਰੋ ਕਮਾਇਆ ਗਿਆ ਸੀ ਔਰ ਉਸ ਤੋਂ ਬਾਅਦ ਇੱਥੇ ਹੀ ਮੋਰਿੰਡੇ ਦਾ ਕੋਤਵਾਲ ਪਹੁੰਚਦਾ ਹੈ। ਮਾਂ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਥੋਂ ਉਹ ਮੋਰਿੰਡਾ ਕੋਤਵਾਲੀ ਲੈ ਕੇ ਜਾਂਦੇ ਨੇ ਔਰ ਇੱਥੋਂ ਅਗਲਾ ਸਫ਼ਰ ਸ਼ੁਰੂ ਹੁੰਦਾ ਹੈ। ਜਦੋਂ ਉਹਨਾਂ ਨੇ ਸ਼ਹਾਦਤਾਂ ਦੇਣੀਆਂ ਹੁੰਦੀਆਂ ਨੇ ਤਾਂ ਉਹ ਸਫ਼ਰ ਸ਼ੁਰੂ ਹੁੰਦਾ ਹੈ। ਜਦੋਂ ਉਹ ਕਹਿਰ ਦੀਆਂ ਰਾਤਾਂ ਆਉਂਦੀਆਂ ਨੇ, ਠੰਡੇ ਬੁਰਜ ਦੇ ਵਿੱਚ ਮਾਂ ਗੁਜਰੀ ਆਪਣੇ ਪੋਤਿਆਂ ਨੂੰ ਬੁੱਕਲ 'ਚ ਲੈ ਕੇ ਬਹਿੰਦੀ ਹੈ। ਠੰਡੇ ਬੁਰਜ ਵੱਲ ਵੀ ਲੈ ਕੇ ਚੱਲਾਂਗੇ, ਉਹ ਕੋਤਵਾਲੀ ਵੀ ਦਿਖਾਵਾਂਗੇ ਜਿੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਸੀ। ਸਫ਼ਰ ਇਵੇਂ ਹੀ ਜਾਰੀ ਰੱਖਾਂਗੇ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਨਾਲ ਜੁੜੇ ਰਹਿਣਾ ਹੈ। ਸਫ਼ਰ ਸ਼ਹੀਦੀ ਪੈਂਡਿਆਂ ਦਾ ਸ਼ੁਰੂ ਕੀਤਾ ਹੋਇਆ ਦਰਸ਼ਨ ਦਿਦਾਰੇ ਕਰਵਾਉਂਦੇ ਜਾਵਾਂਗੇ, ਕਿਉਂਕਿ ਅੱਜ ਵੀ ਜਦੋਂ ਦਸੰਬਰ ਮਹੀਨੇ ਦੀ ਸ਼ੁਰੂਆਤ ਹੋ ਜਾਂਦੀ ਹੈ ਤਾਂ ਉਸੇ ਵੇਲੇ ਮਾਂ ਗੁਜਰ ਕੌਰ, ਛੋਟੇ ਸਾਹਿਬਜ਼ਾਦੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਨੂੰ ਨਜ਼ਰ ਆਉਣਾ ਸ਼ੁਰੂ ਹੋ ਜਾਂਦੇ ਨੇ। ਹਾਲਾਂਕਿ ਦਿਲ 'ਚ ਤਾਂ ਸਾਡੇ ਹਮੇਸ਼ਾ ਵਸਦੇ ਨੇ, ਪਰ ਜਦੋਂ ਦਸੰਬਰ ਮਹੀਨਾ ਆਉਂਦਾ ਹੈ ਤਾਂ ਦਸੰਬਰ ਮਹੀਨੇ ਦੇ ਵਿੱਚ ਉਹ ਦ੍ਰਿਸ਼ ਸਾਡੀਆਂ ਅੱਖਾਂ ਸਾਹਮਣੇ ਆਪਣੇ ਆਪ ਹੀ ਆ ਜਾਂਦੇ ਨੇ। ਕਿਸ ਤਰੀਕੇ ਦੇ ਨਾਲ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸੀ, ਪਰਿਵਾਰ ਖੇਰੂ ਹੋਇਆ ਸੀ। ਇਹ ਤਾਂ ਸਿਰਫ ਜਿਗਰਾ ਹੀ ਬਾਜਾਂ ਵਾਲੇ ਦਾ ਸੀ ਜੋ ਹੱਸ ਕੇ ਆਪਣਾ ਪਰਿਵਾਰ ਜਿਹੜਾ ਵਾਰ ਗਿਆ। ਉਹਨਾਂ ਨੇ ਕਿਹਾ ਸੀ, ਮੈਂ ਉਜਣਾ ਮੇਰਾ ਪੰਥ ਵਸੇ। ਉਹ ਜਿਹੜੀ ਬੋਲ ਆਪਣੇ ਸੱਚੇ ਕਰ ਦਿਖਾਏ ਸੀ। ਅੱਗੇ ਜਾਵਾਂਗੇ ਸਫ਼ਰ ਵੱਲ, ਅੱਗੇ ਚਾਲੇ ਪਾਵਾਂਗੇ। ਹੁਣ ਤੁਹਾਡੇ ਤੁਸੀਂ ਅੱਗੇ ਲਾਵਾਂਗੇ ਸਹਿਯੋਗੀ ਸਾਥੀ ਕੇਵਲ ਸਿੰਘ ਕਮਲ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।